ਜੇ ਕਿਸੇ ਬੰਦੇ ਬਾਰੇ ਪਤਾ ਕਰਨਾ ਹੋਵੇ ਉਹਦੇ ਜਾਂ ਤਾਂ ਦੁਸ਼ਮਣਾਂ ਦਾ ਪਤਾ ਕਰੋ ਜਾਂ ਦੋਸਤਾਂ ਦਾ ਪਤਾ ਕਰੋ। ਦੋਸਤ ਕਹੇ ਜਿਹੇ ਨੇ ਠੱਗੀ ਠੋਰੀ ਵਾਲੇ, ਕਿਤੇ ਨਾ ਕਿਤੇ ਵੱਡਾ ਸਵਾਲ ਆ ਜਿਹਦੇ ਵਿੱਚ ਦੁਬਾਰੇ ਉਲਝ ਸਕਦੇ ਨੇ ਬੁਰੀ ਤਰ੍ਹਾਂ ਸੈਣੀ। ਸੁਮੇਧ ਸਿੰਘ ਸੈਣੀ ਦੀ ਤਾਂ ਤੁਸੀਂ ਜਿਹੜੇ ਵੀ ਐਕਟਰ ਨੂੰ ਚੁੱਕੋਗੇ ਉਹਦੇ 'ਚ ਉਲਝਦਾ ਹੈ। ਉਹਦਾ ਚਿੱਠਾ ਬਾਹਰ ਨਹੀਂ ਆ ਰਿਹਾ ਜਾਂ ਲੋਕੀ ਅੱਗੇ ਨਹੀਂ ਆ ਰਹੇ ਕੰਪਲੇਂਟਸ ਦੇਣ ਲਈ। ਨਹੀਂ ਤਾਂ ਤੁਹਾਨੂੰ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਹੈ ਸੁਮੇਧ ਸਿੰਘ ਸੈਣੀ ਨੇ ਕਿੰਨੇ ਕ੍ਰਾਈਮਸ ਕਮਿਟ ਕੀਤੇ ਹੈ। ਜਿਹੜਾ ਸੁਮੇਧ ਸੈਣੀ ਕਹਿੰਦਾ ਜੀ ਉਹ ਲਾਅ ਦਾ ਬੜਾ ਰਕਸ਼ਕ ਰਿਹਾ ਹੈ, ਔਰ ਤੁਸੀਂ ਸਾਰੇ ਸੱਚਾਈ ਜਾਣਦੇ ਹੀ ਹੋ ਉਸ ਤੋਂ ਵੱਡਾ ਭਖਸ਼ਕ ਕਿਹੜਾ ਹੋਊਗਾ। ਉਹ 2.5 ਲੱਖ ਰੈਂਟ ਸ਼ੋਅ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਕਿ ਉਹ 2.5 ਲੱਖ ਪਰ ਮੰਥ ਰੈਂਟ ਪੇ ਕਰ ਰਿਹਾ ਸੀ। ਜਿਹੜਾ ਕਿਰਾਇਆ, ਪਹਿਲਾਂ ਇਹ ਦੱਸ ਦਿਓ ਕਿਰਾਇਆ ਕਦੋਂ ਦਾ ਸ਼ੋਅ ਕਰ ਰਿਹਾ ਕਿ ਮੈਂ 2.5 ਲੱਖ ਕਦੋਂ ਤੋਂ ਦੇ ਰਿਹਾ, ਕੋਈ ਹੈ ਤੁਹਾਡੇ ਨੌਲੇਜ? ਦੇਖੋ ਰਹਿ ਰਿਹਾ ਹੈ ਇਹ ਰਿਟਾਇਰਮੈਂਟ ਤੋਂ ਬਾਅਦ 30 ਜੂਨ 2018 'ਚ ਰਿਟਾਇਰ ਹੋਇਆ। ਹੁਣ ਕੋਰਟ ਦੇ ਵਿੱਚ ਕਿਤੇ ਵੀ ਇੰਨੇ ਕਿਰਾਏ ਦੀਆਂ ਡਿਪੋਜ਼ਿਟ ਸਲਿਪਸ ਤਾਂ ਪ੍ਰੋਡਿਊਸ ਨਹੀਂ ਹੋਈਆਂ ਕਿਉਂਕਿ ਆਰਡਰ ਦੇ ਵਿੱਚ ਵੀ ਨਹੀਂ ਆ ਰਹੀਆਂ ਉਹ ਚੀਜ਼ਾਂ। ਕਿੰਨੀ ਕੁ ਉਹਨੇ ਨਜਾਇਜ਼ ਪ੍ਰਾਪਰਟੀ ਬਣਾਈ, ਕਿਹੜੇ ਮਹਿਕਮੇ 'ਚ ਉਹ ਕੰਮ ਕਰਦਾ ਸੀ? ਉਹ ਹੈ ਤਾਂ PWD 'ਚ, ਪਰ ਗੱਲ ਇਹ ਹੈ ਕਿ ਅਜੇ ਤਫਤੀਸ਼ ਉਸ ਚੀਜ਼ ਦੀ ਚੱਲ ਰਹੀ ਹੈ। ਸੋ ਜਿਵੇਂ ਜਿਵੇਂ ਇਹਨਾਂ ਨੂੰ ਡਿਟੇਲਸ ਮਿਲ ਰਹੀਆਂ ਉਵੇਂ ਉਹ ਅੱਗੇ ਆ ਰਹੀਆਂ। ਨੇੜਲਿਆਂ ਨੂੰ ਕਾਫੀ ਸੇਕ ਲੱਗਿਆ, ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸੇਕ ਲੱਗਿਆ, ਉਹ ਸਰਕਾਰ ਸੀ ਬਿਲਕੁਲ ਥੱਲੇ ਆ ਗਈ। ਹੋਰ ਕਿਹਨੂੰ ਨੇ ਸੇਕ ਲੱਗਿਆ ਤੁਹਾਡੀ ਨਜ਼ਰਾਂ 'ਚ, ਕੋਈ ਹੈ ਕੇਸ ਐਵੇਂ ਦੇ? ਜਿੱਥੇ ਤੱਕ ਸਰਕਾਰ ਦਾ ਸਵਾਲ ਹੈ, ਮੈਂ ਇੱਕ ਛੋਟੀ ਜਿਹੀ ਚੀਜ਼ ਕਹਾਂਗਾ, ਤੁਸੀਂ ਇੱਕ ਚੀਜ਼ ਚੈੱਕ ਕਰਨਾ। ਅਕਾਲੀ ਦਲ ਦੇ ਸਪੋਕਸਪਰਸਨ ਨੇ ਵੀ ਇੱਕ ਦੋ ਵਾਰੀ ਇੰਟਰਵਿਊਜ਼ ਦੇ ਵਿੱਚ ਕਿਹਾ ਸੀ ਕਿ ਜੀ ਅਸੀਂ ਆਪਣੀ ਗਲਤੀ ਐਡਮਿਟ ਕਰਦੇ ਹਾਂ ਕਿ ਸੈਣੀ ਵਰਗੇ ਨੂੰ ਅਸੀਂ DGP ਲਾਇਆ। ਔਰ ਇੱਕ ਮੈਂ ਬਹੁਤ ਤਾਰੀਫੇ ਕਾਬਿਲ ਚੀਜ਼ ਗਿਣਦਾ ਕਿ ਕੋਈ ਪਾਰਟੀ ਆਪਣੀ ਗਲਤੀ ਐਡਮਿਟ ਕਰੇ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਨੇ। ਗੱਲ ਇਹ ਸਾਹਮਣੇ ਆ ਰਹੀ ਹੈ ਕਿ ਸੈਣੀ ਜਿਹੜੀ ਕੋਠੀ 'ਚ ਰਹਿੰਦੇ ਨੇ ਉਹ ਅਦਾਲਤ ਨੇ ਅਟੈਚ ਕਰ ਦਿੱਤੀ ਹੈ। ਕੀ ਹੈ ਮਾਮਲਾ, ਗੱਲ ਕਰਾਂਗੇ ਐਡਵੋਕੇਟ ਪ੍ਰਦੀਪ ਵਿਰਕ ਨਾਲ। ਵਿਰਕ ਸਾਹਿਬ, ਕੀ ਮਾਮਲਾ, ਕਿਉਂ ਅਟੈਚ ਹੋ ਗਈ ਕੋਠੀ ਸੈਣੀ ਸਾਹਿਬ ਦੀ? ਅਜੇ ਤਾਂ ਜੀ ਪ੍ਰੋਵੀਜ਼ਨਲ ਅਟੈਚਮੈਂਟ ਆਰਡਰ ਹੈ। ਇਹ ਕੇਸ ਦੀ ਤਫਤੀਸ਼ ਦੇ ਦੌਰਾਨ ਵਿਜੀਲੈਂਸ ਨੇ ਨਿਮਰਤਦੀਪ ਨਾਂ ਦੇ ਇੱਕ CN ਦੀ ਪ੍ਰਾਪਰਟੀਆਂ ਜਿਹੜੀਆਂ ਸੀਗੀਆਂ ਉਹ ਇਨਵੈਸਟੀਗੇਟ ਕਰਨਾ ਤੇ ਅਟੈਚ ਕਰਨਾ ਜਦੋਂ ਸ਼ੁਰੂ ਕੀਤਾ, ਤੇ ਉਹਦੇ ਵਿੱਚ ਜਿਹੜੀ ਆ ਇੱਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਸੀ ਉਹਨੂੰ ਜਦੋਂ ਅਟੈਚ ਕਰਨ ਲਈ ਕੋਰਟ ਦੇ ਵਿੱਚ ਗਏ ਤੇ ਉਦੋਂ ਪਤਾ ਲੱਗਿਆ ਕਿ ਸੁਮੇਧ ਸਿੰਘ ਸੈਣੀ ਉਸ ਘਰ ਦੇ ਵਿੱਚ ਕਿਰਾਏ ਤੇ ਰਹਿ ਰਿਹਾ। ਤੇ ਫਿਰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਸੈਣੀ ਦੀ ਕੋਠੀ ਅਟੈਚ ਹੋਏਗੀ, ਇਹ ਤਾਂ ਫਿਰ ਉਸ ਐਕਸ਼ਨ ਦੀ ਹੋ ਜਾਏਗੀ। ਸੈਣੀ ਤਾਂ ਉੱਦਾਂ ਰਹਿ ਰਿਹਾ ਸੀ, ਮਤਲਬ ਕਹਿ ਲਿਓ ਕੱਚੇ ਤੌਰ ਤੇ ਕਹਿ ਲਓ, ਜਾਂ ਲਿਹਾਜ਼ਦਾਰੀ 'ਚ, ਜਾਂ ਫਿਰ ਕੋਈ ਉਹਦਾ ਕੰਮ ਕੀਤਾ ਹੋਣਾ ਬੰਦੇ ਦਾ। ਸੈਣੀ ਫਿਰ ਉਹ ਵੀ ਤਾਂ ਇਲੀਗਲ ਚੀਜ਼ ਹੋਈ ਨਾ। ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ ਉਹ ਵੀ ਤਾਂ ਇਲੀਗਲ ਨੇ। ਜਿਹੜਾ ਸੁਮੇਧ ਸੈਣੀ ਕਹਿੰਦਾ ਜੀ ਉਹ ਲਾਅ ਦਾ ਬੜਾ ਰਕਸ਼ਕ ਰਿਹਾ ਹੈ, ਔਰ ਤੁਸੀਂ ਸਾਰੇ ਸੱਚਾਈ ਜਾਣਦੇ ਹੀ ਹੋ ਉਸ ਤੋਂ ਵੱਡਾ ਭਖਸ਼ਕ ਕਿਹੜਾ ਹੋਊਗਾ। ਉਹ 2.5 ਲੱਖ ਰੈਂਟ ਸ਼ੋਅ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਕਿ ਉਹ 2.5 ਲੱਖ ਪਰ ਮੰਥ ਰੈਂਟ ਪੇ ਕਰ ਰਿਹਾ ਸੀ, ਫਿਰ ਉਸ ਘਰ 'ਚ ਰਹਿ ਰਿਹਾ ਸੀ। ਔਰ ਉਸ ਚੀਜ਼ ਕਰਕੇ ਸੁਮੇਧ ਸਿੰਘ ਸੈਣੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਚੀਜ਼ ਨੂੰ ਮਤਲਬ ਅਜੇ ਉਹਨੇ ਅਪੀਅਰ ਹੋਣਾ ਕੋਰਟ ਦੇ ਵਿੱਚ, ਕਿਉਂਕਿ ਨਿਮਰਤ ਦੇ ਨਾਲ ਉਹਦੇ ਪੁਰਾਣੇ ਲਿੰਕਸ ਨੇ ਸੁਮੇਧ ਸੈਣੀ ਦੇ। ਸੋ ਨਿਮਰਤਦੀਪ ਦੇ ਘਰ ਦੇ ਵਿੱਚ ਜਾਂ ਨਿਮਰਤਦੀਪ ਦੇ ਫਾਦਰ ਦੇ ਨਾਂ 'ਤੇ ਜਿਹੜੀ ਪ੍ਰਾਪਰਟੀ ਹੈ ਉਸ ਘਰ ਦੇ ਵਿੱਚ ਉਹ ਰਹਿ ਰਿਹਾ, ਕੋਰਟ ਨੇ ਉਹ ਪ੍ਰਾਪਰਟੀ ਅਟੈਚ ਕੀਤੀ ਹੈ। ਸੋ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਜਦੋਂ ਸੁਮੇਧ ਸਿੰਘ ਸੈਣੀ ਨੇ ਘਰ ਕਿਰਾਏ 'ਤੇ ਲਿਆ, ਖਰੀਦਿਆ ਨਹੀਂ ਹੈ, ਸੋ ਕੀ ਉਹਨੇ ਕ੍ਰੈਡੈਂਸ਼ੀਅਲਸ ਦੇਖ ਕੇ ਨਹੀਂ ਬੰਦੇ 'ਤੇ ਲੈਣੇ ਸੀ? ਇੱਕ ਇਹ ਵੀ ਸਵਾਲ ਆ ਜਾਂਦਾ ਹੈ, ਜਿਹੜਾ ਕਿਰਾਇਆ, ਪਹਿਲਾਂ ਇਹ ਦੱਸ ਦਿਓ ਕਿਰਾਇਆ ਕਦੋਂ ਦਾ ਸ਼ੋਅ ਕਰ ਰਿਹਾ ਕਿ ਮੈਂ 2.5 ਲੱਖ ਕਦੋਂ ਤੋਂ ਦੇ ਰਿਹਾ, ਕੋਈ ਹੈ ਤੁਹਾਡੇ ਨੌਲੇਜ? ਦੇਖੋ ਰਹਿ ਰਿਹਾ ਹੈ ਇਹ ਰਿਟਾਇਰਮੈਂਟ ਤੋਂ ਬਾਅਦ 30 ਜੂਨ 2018 'ਚ ਰਿਟਾਇਰ ਹੋਇਆ। ਹੁਣ ਕੋਰਟ ਦੇ ਵਿੱਚ ਕਿਤੇ ਵੀ ਇੰਨੇ ਕਿਰਾਏ ਦੀਆਂ ਡਿਪੋਜ਼ਿਟ ਸਲਿਪਸ ਤਾਂ ਪ੍ਰੋਡਿਊਸ ਨਹੀਂ ਹੋਈਆਂ ਕਿਉਂਕਿ ਆਰਡਰ ਦੇ ਵਿੱਚ ਵੀ ਨਹੀਂ ਆ ਰਹੀਆਂ ਉਹ ਚੀਜ਼ਾਂ। ਸੋ ਓਨਲੀ ਥਿੰਗ ਜਿਹੜੀ ਹੁਣ ਬਚ ਰਹੀ ਹੈ ਉਹ ਇਹ ਹੈ ਕਿ ਹੁਣ ਤੋਂ ਕਿਰਾਇਆ ਉਹ ਜਮ੍ਹਾਂ ਕਰਾਊਗਾ, ਪਲੱਸ ਹੁਣ ਕੋਰਟ ਦੇ ਵਿੱਚ ਉਹਨੂੰ ਆਉਣਾ ਪੈਣਾ। ਥਰਡ ਪਾਰਟੀ ਰਾਈਟਸ ਕਹਿੰਦੇ ਜਿਹੜੇ ਕ੍ਰੀਏਟ ਹੋ ਜਾਂਦੇ ਕਿ ਜੇ ਕੋਈ ਕਿਰਾਏ 'ਤੇ ਰਹਿ ਰਿਹਾ ਹੋਵੇ। ਹੁਣ ਨਿਮਰਤ ਦੇ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਆ ਕਹਿਣਾ ਪੈਣਾ ਕੋਰਟ 'ਚ ਆ ਕੇ ਜੀ ਘਰ ਅਟੈਚ ਨਾ ਕਰੋ, ਪ੍ਰੋਵੀਜ਼ਨਲ ਅਟੈਚਮੈਂਟ ਆਰਡਰ ਸੈਟ ਅਸਾਈਡ ਕਰੋ, ਇਹ ਕਿਉਂਕਿ ਮੈਂ ਇੱਥੇ ਰਹਿ ਰਿਹਾ ਔਰ ਮੈਂ ਇੰਨਾ ਰੈਂਟ ਦੇ ਰਿਹਾ। ਹੁਣ ਉਹ ਰੈਂਟ ਇਹਨੂੰ ਕੋਰਟ ਨੂੰ ਸ਼ੋਅ ਕਰਨਾ ਪੈਣਾ ਕਿ ਕਦੋਂ ਦਾ ਇਹ ਦੇ ਰਿਹਾ, ਕਿਸ ਤਰ੍ਹਾਂ ਉਹ ਦਿੱਤਾ ਜਾ ਰਿਹਾ, ਕਿਉਂਕਿ ਉਹੀ ਗੱਲ ਹੈ ਕਿ 2.5 ਲੱਖ ਹੁਣ ਕੋਰਟ ਦੇ ਵਿੱਚ ਸਾਈਟ ਹੋਇਆ। ਕੋਈ ਫਰਜ਼ੀ ਐਗਰੀਮੈਂਟ ਬਣਿਆ ਹੋਵੇ ਜਾਂ ਸੱਚਾ ਬਣਿਆ ਹੋਵੇ ਉਹ ਤਾਂ ਹੁਣ ਕੋਰਟ ਨੇ ਡਿਸਾਈਡ ਕਰਨਾ। ਇਹ ਹੈ ਕਿ ਉਨੀ ਪੈਨਸ਼ਨ ਹੋਏਗੀ ਕਿ 2.5 ਲੱਖ ਦਾ ਕਿਰਾਇਆ ਉਹ ਦੇ ਸਕਣਗੇ? ਮੈਨੂੰ ਨਹੀਂ ਲੱਗਦਾ ਕਿ ਉਹਦਾ ਫਿਰ ਉਹਨੂੰ ਤਾਂ ਘਰ ਚਲਾਉਣਾ ਔਖਾ ਹੋ ਜਾਏਗਾ ਇੰਨਾ ਜੇ ਕਿਰਾਇਆ ਦੇਣਗੇ। ਨਹੀਂ, ਘਰ ਦਾ ਕਿਰਾਇਆ ਜੇ 2.5 ਲੱਖ ਹੈ ਜੋ ਕਲੇਮ ਕੀਤਾ ਇਹਨਾਂ ਨੇ, ਉਹ 2.5 ਤਾਂ ਪੈਨਸ਼ਨ ਨਾਲੋਂ ਵੱਧ ਹੈ। ਪੈਨਸ਼ਨ ਇਹਦੀ ਮੇਰੇ ਖਿਆਲ 1.5 ਲੱਖ ਦੇ ਕਰੀਬ ਹੋਣੀ ਹੈ। 1.5 ਤੋਂ ਘੱਟ ਹੀ ਹੋਏਗੀ, 1.5 ਤੋਂ ਵੀ ਘੱਟ ਹੋਣੀ ਹੈ, ਪਰ ਮੈਕਸਿਮਮ ਜੇ ਤੁਸੀਂ 1.5 ਵੀ ਲਾ ਲਓ ਤਾਂ ਵੀ 1 ਲੱਖ ਉਹਦੇ ਉੱਤੇ ਹੈ। ਉਹਦੇ ਉੱਤੇ ਜੇ ਘਰ ਦਾ ਕਿਰਾਇਆ ਇੰਨਾ ਹੈ, ਬਿਜਲੀ ਦਾ ਬਿੱਲ ਹੋਊਗਾ, ਪਾਣੀ ਦਾ ਬਿੱਲ ਹੋਊਗਾ ਤੇ ਬਾਕੀ ਸਟਾਫ ਦੇ ਖਰਚੇ ਹੋਣੇ। ਸੋ ਉਹਨਾਂ ਚੀਜ਼ਾਂ ਕਰਕੇ ਮੇਰਾ ਨਹੀਂ ਖਿਆਲ ਸਿਰਫ 2.5 ਲੱਖ ਤੇ ਹੀ ਅਸੀਂ ਰਿਸਟ੍ਰਿਕਟ ਕਰਾਂਗੇ, ਉਹਦੇ ਉੱਤੇ ਵੀ ਜਾਊਗਾ ਬਿੱਲ। ਹੁਣ ਉਹ ਕਿਵੇਂ ਪੇ ਕਰ ਰਿਹਾ, ਕਿੱਥੋਂ ਸੋਰਸਿਸ ਆਫ ਫੰਡਸ ਆ ਰਹੇ, ਉਹ ਤਾਂ ਸੈਣੀ ਨੇ ਹੁਣ ਐਕਸਪਲੇਨ ਕਰਨਾ ਹੈ। ਔਰ ਉਹ ਹੁਣ ਤੋਂ ਨਹੀਂ, ਜਦੋਂ ਤੋਂ ਘਰ ਲੈ ਕੇ ਰਹਿ ਰਿਹਾ ਉਦੋਂ ਤੋਂ ਐਕਸਪਲੇਨ ਕਰਨਾ ਹੈ।
ਜਿਹੜਾ ਐਕਸ਼ਨ ਦੀ ਗੱਲ ਕਰ ਰਹੇ ਹੋ ਤੁਸੀਂ, ਉਹਨੇ ਕਿਸ ਤਰ੍ਹਾਂ ਦੀਆਂ ਠੱਗੀਆਂ ਲਾਈਆਂ ਨੇ, ਜਾਂ ਸਰਕਾਰ ਨੇ ਉਹਦੀ ਜਿਹੜੀ ਇਨਕਮ ਤੋਂ ਵੱਧ ਜਾਇਦਾਦ ਬਣਾਈ ਬੰਦੇ ਨੇ, ਉਹਦੇ ਸਾਰੇ ਜੋ ਉਹ ਕੇਸ ਕੀ ਹੈ, ਮਤਲਬ ਉਹ ਕਿੰਨੀ ਕੁ ਉਹਨੇ ਨਜਾਇਜ਼ ਪ੍ਰਾਪਰਟੀ ਬਣਾਈ, ਕਿਹੜੇ ਮਹਿਕਮੇ 'ਚ ਉਹ ਕੰਮ ਕਰਦਾ ਸੀ? ਵੇਖੋ ਉਹ ਹੈ ਤਾਂ PWD 'ਚ, ਪਰ ਗੱਲ ਇਹ ਹੈ ਕਿ ਅਜੇ ਤਫਤੀਸ਼ ਉਸ ਚੀਜ਼ ਦੀ ਚੱਲ ਰਹੀ ਹੈ। ਸੋ ਜਿਵੇਂ ਜਿਵੇਂ ਇਹਨਾਂ ਨੂੰ ਡਿਟੇਲਸ ਮਿਲ ਰਹੀਆਂ ਉਵੇਂ ਉਹ ਅੱਗੇ ਆ ਰਹੀਆਂ। ਇਹ ਤਾਂ ਜਦੋਂ ਪ੍ਰਾਪਰਟੀ ਅਟੈਚਮੈਂਟ ਲਈ ਗਏ ਕੋਰਟ ਦੇ ਵਿੱਚ ਕਿ ਪ੍ਰੋਸੀਡਸ ਆਫ ਕ੍ਰਾਈਮ ਕਹਿੰਦੇ ਆ ਕਿ ਕੋਈ ਪ੍ਰਾਪਰਟੀ ਪਾਰਟਿਕੂਲਰਲੀ ਤੁਸੀਂ ਕ੍ਰਾਈਮ ਦੇ ਰਾਹੀਂ ਅਚੀਵ ਕੀਤੀ ਹੋਵੇ, ਕ੍ਰਾਈਮ ਦਾ ਪੈਸਾ ਹੁੰਦਾ ਹੈ, ਉਹ ਪੈਸੇ ਦੇ ਨਾਲ ਖਰੀਦੀ ਹੋਵੇ, ਉਹਦੇ ਉੱਤੇ ਗਏ ਆ ਪ੍ਰੋਵੀਜ਼ਨਲ ਅਟੈਚਮੈਂਟ ਕਰਾਉਣ, ਤੇ ਤਾਂ ਸਾਹਮਣੇ ਗੱਲ ਆਈ ਕਿ ਇਸ ਕੋਠੀ 'ਚ ਸੁਮੇਧ ਸਿੰਘ ਸੈਣੀ ਰਹਿ ਰਿਹਾ ਹੈ। ਹੁਣ ਇੰਟਰਸਟਿੰਗਲੀ ਉਹਦੇ ਵੱਲੋਂ ਜਾਂ ਉਹਦੇ ਫਾਦਰ ਵੱਲੋਂ ਨਿਮਰਤ ਦੇ ਇਹ ਪਲੀ ਲਈ ਗਈ ਹੈ ਕਿ ਜੀ ਸੁਮੇਧ ਸਿੰਘ ਸੈਣੀ ਉਸ ਘਰ 'ਚ ਰਹਿ ਰਿਹਾ ਤਾਂ ਸਾਨੂੰ ਰੋਪਨ ਕੀਤਾ ਜਾ ਰਿਹਾ, ਜੋ ਕਿ ਬਿਲਕੁਲ ਗਲਤ ਹੈ। ਸੁਮੇਧ ਸਿੰਘ ਸੈਣੀ ਦਾ ਟਿਪੀਕਲ ਤਰੀਕਾ ਹੈ, ਜਿੱਥੇ ਉਹਦੇ ਤੇ ਉਂਗਲ ਉੱਠਦੀ ਹੈ ਉਹ ਕਹਿੰਦਾ ਜੀ ਮੈਂ ਬੜੇ ਵੱਡੇ ਕੇਸ ਇਨਵੈਸਟੀਗੇਟ ਕੀਤੇ ਆ ਤਾਂ ਮੈਨੂੰ ਫੜ ਰਹੇ ਹੈ। ਦੂਸਰੀ ਗੱਲ, ਇਹ ਜਿਹੜੀ ਕੋਰਟ ਕਿਹੜੀ ਹੈ ਜਿਹਨੇ ਇਹ ਆਦੇਸ਼ ਕੀਤੇ ਤੇ ਕੇਸ ਕਿੱਥੇ ਚੱਲਦਾ ਹੈ? ਕੇਸ ਮੋਹਾਲੀ ਚੱਲ ਰਿਹਾ ਜੀ, ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੀ ਕੋਰਟ ਸੀ ਤੇ ਹੁਣ ਉਹਦੇ ਵਿੱਚ ਮੈਟਰ ਚੱਲ ਰਿਹਾ। ਪਹਿਲਾਂ ਵਿੱਚ ਇੱਕ ਦੋ ਵਾਰੀ ਇਹ ਸੈਸ਼ਨ ਜੱਜ ਸਾਹਿਬ ਦੀ ਕੋਰਟ 'ਚ ਵੀ ਲੱਗਿਆ ਸੀ। ਸੋ ਮੋਹਾਲੀ ਇਹ ਕੇਸ ਚੱਲ ਰਿਹਾ ਹੈ ਕਿਉਂਕਿ ਵਿਜੀਲੈਂਸ ਬਿਊਰੋ ਮੋਹਾਲੀ ਕੋਲ ਹੈ ਇਨਵੈਸਟੀਗੇਸ਼ਨ ਇਸ ਕੇਸ ਦੀ। ਸੋ ਇਹ ਪ੍ਰਾਪਰਟੀ ਕਈ ਪ੍ਰਾਪਰਟੀਜ਼ 'ਚੋਂ ਇੱਕ ਸੀ, ਪਰ ਇਹਦੇ ਨਾਲ ਪ੍ਰੂਵ ਇਹ ਹੋ ਰਿਹਾ ਕਿ ਸੁਮੇਧ ਸਿੰਘ ਸੈਣੀ ਕਿਸ ਤਰ੍ਹਾਂ ਇੱਕ ਘਰ ਕਿਰਾਏ ਤੇ ਲੈ ਕੇ ਰਹਿ ਰਿਹਾ ਉਸ ਬੰਦੇ ਦੇ ਨਾਲ ਜਿਹਦੇ ਕ੍ਰੈਡੈਂਸ਼ੀਅਲਸ ਕਲੀਨ ਨਹੀਂ ਹੈ, ਔਰ ਉਹ ਸੁਮੇਧ ਸਿੰਘ ਸੈਣੀ ਜਿਹੜੇ ਬੜੇ ਕਲੀਨ ਕ੍ਰੈਡੈਂਸ਼ੀਅਲਸ ਦੀ ਸ਼ਾਨ ਮਾਰਦਾ, ਹਾਲਾਂਕਿ ਦਾਗੀ ਸਭ ਤੋਂ ਵੱਧ ਆਪ ਹੈ। ਜੇ ਕਿਸੇ ਬੰਦੇ ਬਾਰੇ ਪਤਾ ਕਰਨਾ ਹੋਵੇ ਉਹਦੇ ਜਾਂ ਤਾਂ ਦੁਸ਼ਮਣਾਂ ਦਾ ਪਤਾ ਕਰੋ ਜਾਂ ਦੋਸਤਾਂ ਦਾ ਪਤਾ ਕਰੋ। ਦੋਸਤ ਕਹੇ ਜਿਹੇ ਨੇ ਠੱਗੀ ਠੋਰੀ ਵਾਲੇ, ਕਿਤੇ ਨਾ ਕਿਤੇ ਵੱਡਾ ਸਵਾਲ ਆ ਜਿਹਦੇ ਵਿੱਚ ਦੁਬਾਰੇ ਉਲਝ ਸਕਦੇ ਨੇ ਬੁਰੀ ਤਰ੍ਹਾਂ ਸੈਣੀ। ਦੇਖੋ ਸੁਮੇਧ ਸਿੰਘ ਸੈਣੀ ਦੀ ਤਾਂ ਤੁਸੀਂ ਜਿਹੜੇ ਵੀ ਐਕਟਰ ਨੂੰ ਚੁੱਕੋਗੇ ਉਹਦੇ 'ਚ ਉਲਝਦਾ ਹੈ। ਉਹਦਾ ਚਿੱਠਾ ਬਾਹਰ ਨਹੀਂ ਆ ਰਿਹਾ ਜਾਂ ਲੋਕੀ ਅੱਗੇ ਨਹੀਂ ਆ ਰਹੇ ਕੰਪਲੇਂਟਸ ਦੇਣ ਲਈ। ਨਹੀਂ ਤਾਂ ਤੁਹਾਨੂੰ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਹੈ ਸੁਮੇਧ ਸਿੰਘ ਸੈਣੀ ਨੇ ਕਿੰਨੇ ਕ੍ਰਾਈਮਸ ਕਮਿਟ ਕੀਤੇ ਹੈ। ਉਹ ਲੋਕੀ YouTube ਤੇ ਇੰਟਰਵਿਊਜ਼ ਪਾ ਦਿੰਦੇ ਆ, ਕੋਰਟ ਦੇ ਵਿੱਚ ਨਹੀਂ ਆਉਂਦੇ ਤੇ ਉਹਦੀਆਂ ਕਿਤੇ ਨਾ ਕਿਤੇ ਤਾਂ ਰਿਪਰਕਸ਼ਨਸ ਹੁੰਦੀਆਂ ਕਿ ਸੈਣੀ ਦੇ ਖਿਲਾਫ ਕੇਸ ਨਹੀਂ ਚੱਲਦਾ। ਪਰ ਜੇ ਲੋਕੀ ਅੱਗੇ ਆ ਕੇ ਕੰਪਲੇਂਟਸ ਫਾਈਲ ਕਰਨਗੇ ਤਾਂ ਆਬਵੀਅਸਲੀ ਸੁਮੇਧ ਸੈਣੀ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਹੋਣਗੀਆਂ। ਔਰ ਹੁਣ ਸੁਮੇਧ ਸਿੰਘ ਸੈਣੀ ਦਾ ਜਿੱਥੇ ਤੱਕ ਸਵਾਲ ਹੈ, ਇਹਦਾ ਤਾਂ ਜਿਹੜਾ ਵੀ ਕਿਤੇ ਲਿੰਕ ਨਿਕਲਦਾ ਹੈ ਤੁਸੀਂ ਵੇਖੋਗੇ ਹਮੇਸ਼ਾ ਉਹਨਾਂ ਬੰਦਿਆਂ ਨਾਲ ਹੀ ਨਿਕਲ ਰਿਹਾ ਜਿਹੜੇ ਕੰਟਰੋਵਰਸ਼ੀਅਲ ਨੇ। ਭਾਵੇਂ ਅਜੀਤ ਸਿੰਘ ਫੂਲਾ ਹੋ ਗਿਆ, ਇਹਦੀ ਟੀਮ ਦੇ ਉਮਰਾ ਨੰਗਲ ਹੋ ਗਏ, ਪਰਮਜੀਤ ਪੰਨੂ ਹੋ ਗਏ, ਉਹ ਸਾਰੇ ਜਿਹੜੇ ਆਫਿਸਰਸ ਨੇ ਉਹ ਦਾਗੀ ਅਫਸਰ ਜਾਂ ਸੁਮੇਧ ਸੈਣੀ ਵਰਗੇ ਨੇ, ਜਾਂ ਹੁਣ ਇੱਕ ਮਤਲਬ ਵਿਜੀਲੈਂਸ ਬਿਊਰੋ ਦੀ ਇਨਵੈਸਟੀਗੇਸ਼ਨ ਸੁਮੇਧ ਸਿੰਘ ਸੈਣੀ ਕੋਲੋਂ ਕੋਠੀ ਨਿਕਲੀ। ਹੁਣ ਸੋਚਣ ਵਾਲੀ ਗੱਲ ਹੈ, ਇੰਨੀ ਦੇਰ 'ਚ ਘਰ ਨਹੀਂ ਖਰੀਦ ਸਕਦਾ ਸੀ ਜੇ ਤੁਸੀਂ ਇੰਨਾ ਰੈਂਟ ਦੇ ਰਹੇ ਹੋ, ਇੰਨੀਆਂ ਚੀਜ਼ਾਂ ਕਰ ਰਹੇ ਹੋ, ਔਰ ਜੇ ਘਰ ਰੈਂਟ ਤੇ ਲੈਣਾ ਹੀ ਸੀ ਉਸੇ ਬੰਦੇ ਦਾ ਲੈਣਾ ਸੀ, ਕਿਸੇ ਹੋਰ ਦਾ ਨਹੀਂ। ਉਦੋਂ ਕੇਸ ਚੱਲ ਰਿਹਾ ਸੀ ਇਹ ਐਕਸ਼ਨ ਵਾਲਾ ਕਿ ਬਾਅਦ ਵਿੱਚ ਚੱਲਿਆ ਹੋ ਸਕਦਾ, ਜਾਂ ਸ਼ਿਕਾਇਤ ਆਈ ਹੋਵੇ ਉਹ ਕਿ ਉਹ ਸ਼ਿਕਾਇਤ ਦਿਵਾਲੀ ਹੋਵੇ, ਇਹ ਵੀ ਹੋ ਸਕਦਾ। ਬਿਲਕੁਲ ਆਹੀ ਚੀਜ਼ ਲੱਗਦੀ ਹੈ ਕਿ ਇਹ ਚੀਜ਼ ਕਿਤੇ ਬਾਹਰ ਹੀ ਨਹੀਂ ਆਈ। ਨਹੀਂ ਤਾਂ ਇਹੀ ਬੰਦਾ ਇੰਨਾ ਪੁਰਾਣਾ ਸੈਣੀ ਦਾ ਜਾਣਕਾਰ ਸੀ, ਜਦੋਂ ਤੱਕ ਸੈਣੀ ਪਾਵਰ 'ਚ ਰਿਹਾ ਇਹਨੂੰ ਕਿਸੇ ਨੇ ਸਵਾਲ ਨਹੀਂ ਪੁੱਛਿਆ। ਸੈਣੀ ਪਾਵਰ 'ਚੋਂ ਬਾਹਰ ਹੋਇਆ ਹੈ ਤੇ ਇਹਦੇ ਗਲਤ ਹਰਕਤਾਂ ਬਾਹਰ ਆਈਆਂ, ਕਿਉਂਕਿ ਸੈਣੀ ਨੇ ਇਹ ਤਾਂ ਕੀਤਾ ਸੀ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰਕੇ ਆਪਣੇ ਖਿਲਾਫ ਉੱਠਦੀ ਆਵਾਜ਼ ਨੂੰ ਦਬਦਾ ਹੈ। ਔਰ ਸੈਣੀ ਦੇ ਨੇੜਲਿਆਂ ਨੂੰ ਕਾਫੀ ਸੇਕ ਲੱਗਿਆ, ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸੇਕ ਲੱਗਿਆ, ਉਹ ਸਰਕਾਰ ਸੀ ਬਿਲਕੁਲ ਥੱਲੇ ਆ ਗਈ। ਹੋਰ ਕਿਹਨੂੰ ਨੇ ਸੇਕ ਲੱਗਿਆ ਤੁਹਾਡੀ ਨਜ਼ਰਾਂ 'ਚ ਕੋਈ ਹੈ ਕੇਸ ਐਵੇਂ ਦੇ? ਜਿੱਥੇ ਤੱਕ ਸਰਕਾਰ ਦਾ ਸਵਾਲ ਹੈ, ਮੈਂ ਇੱਕ ਛੋਟੀ ਜਿਹੀ ਚੀਜ਼ ਕਹਾਂਗਾ, ਤੁਸੀਂ ਇੱਕ ਚੀਜ਼ ਚੈੱਕ ਕਰਨਾ। ਅਕਾਲੀ ਦਲ ਦੇ ਸਪੋਕਸਪਰਸਨ ਨੇ ਵੀ ਇੱਕ ਦੋ ਵਾਰੀ ਇੰਟਰਵਿਊਜ਼ ਦੇ ਵਿੱਚ ਕਿਹਾ ਸੀ ਕਿ ਜੀ ਅਸੀਂ ਆਪਣੀ ਗਲਤੀ ਐਡਮਿਟ ਕਰਦੇ ਹਾਂ ਕਿ ਸੈਣੀ ਵਰਗੇ ਨੂੰ ਅਸੀਂ DGP ਲਾਇਆ, ਔਰ ਉਹ ਇੱਕ ਮੈਂ ਬਹੁਤ ਤਾਰੀਫੇ ਕਾਬਿਲ ਚੀਜ਼ ਗਿਣਦਾ ਕਿ ਕੋਈ ਪਾਰਟੀ ਆਪਣੀ ਗਲਤੀ ਐਡਮਿਟ ਕਰੇ। ਦੂਜੀ ਗੱਲ, ਜਿੱਥੇ ਤੱਕ ਸੁਮੇਧ ਸਿੰਘ ਸੈਣੀ ਦੇ ਐਕਸ਼ਨਸ ਦਾ ਸਵਾਲ ਹੈ, ਮੈਂ ਹਮੇਸ਼ਾ ਇੱਕ ਕ੍ਰੈਡੀਬਿਲਿਟੀ ਤੇ ਜਾਣਾ। ਜਿਵੇਂ ਸੁਮੇਧ ਸੈਣੀ ਕਹਿੰਦਾ ਕਿ ਮੈਂ ਬੜਾ ਅਪਰਾਈਟ ਆਫਿਸਰ ਰਿਹਾ, ਤੇ ਫਿਰ ਉਹ ਨਿਹੰਗ ਅਜੀਤ ਸਿੰਘ ਫੂਲਾ ਵਰਗੇ ਦੀ ਕ੍ਰਿਮੇਸ਼ਨ ਤੇ ਕਿਉਂ ਜਾਂਦਾ ਹੈ, ਜਿਹੜਾ ਇੱਕ ਕਨਵਿਕਟ ਸੀ ਔਰ ਜਿਹਨੇ ਉਹਦੇ ਕਿਹਾ ਇੱਕ ਜੱਜ ਨੂੰ ਧਮਕਾਇਆ ਸੀ, ਸਿਟਿੰਗ ਜੱਜ ਨੂੰ। ਉਸੇ ਤਰ੍ਹਾਂ ਜੇ ਅਸੀਂ ਨਿਮਰਤ ਦਾ ਕੇਸ ਲਈਏ, ਸੈਣੀ ਕੋਠੀ ਉਹਦੀ ਲੈਂਦਾ ਹੈ, ਔਰ ਨਿਮਰਤ ਨਾਲ ਤੁਸੀਂ ਗੂਗਲ ਤੇ ਸਰਚ ਕਰਕੇ ਵੇਖੋ ਸੈਣੀ ਦੇ ਪੁਰਾਣੇ ਲਿੰਕਸ ਨੇ, ਇਹ ਨਹੀਂ ਕੋਈ ਹੁਣ ਦੀ ਹੈ। ਸੋ ਇੰਨੀ ਪੁਰਾਣੀ ਇਕੁਏਸ਼ਨ ਉਸ ਬੰਦੇ ਨਾਲ ਰੱਖਣਾ ਜਿਹਦੇ ਕੋਲ ਅਨਅਕਾਊਂਟਡ ਪੈਸੇ ਮਿਲ ਰਹੇ ਹੈ ਜਾਂ ਚੀਜ਼ਾਂ ਮਿਲ ਰਹੀਆਂ, ਔਰ ਕ੍ਰਿਮੀਨਲਸ ਦੀਆਂ ਇਹਦੀਆਂ ਦੋਸਤੀਆਂ, ਕ੍ਰਿਮੀਨਲਸ ਨਾਲ ਬਾਹਰ ਆਉਣਾ, ਗਲਤ ਪੁਲਿਸ ਵਾਲਿਆਂ ਨਾਲ ਇਹਦੇ ਉਹ ਸਮਝੋ ਉਹਨਾਂ ਨੇ ਇਹਦੇ ਨਾਲ ਕੰਮ ਕੀਤਾ ਐਜ਼ ਹਿਜ਼ ਕਲੋਜ਼ੈਸਟ ਐਸੋਸੀਏਟਸ। ਉਹਨਾਂ ਚੀਜ਼ਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਸੈਣੀ ਕਿਹੋ ਜਿਹਾ ਅਫਸਰ ਰਿਹਾ। ਸਭ ਕੇਸ ਦੀ ਡੇਟ ਕਦੋਂ ਆ ਅਗਲੀ, ਤਾਂ ਕਿ ਹੋਰ ਗੱਲਾਂ ਖੁੱਲ੍ਹ ਸਕਦੀਆਂ ਨੇ? ਬਿਲਕੁਲ ਖੁੱਲ੍ਹਣਗੀਆਂ ਜੀ। ਹੁਣ ਸੈਣੀ 29 ਸਪਟੈਂਬਰ ਡੇਟ ਪਾਈ ਹੈ, ਉਸ ਤਰੀਕ ਨੂੰ ਸੁਮੇਧ ਸਿੰਘ ਸੈਣੀ ਨੂੰ ਕੋਰਟ ਦੇ ਵਿੱਚ ਆ ਕੇ ਉਸ ਤੋਂ ਪਹਿਲਾਂ ਅਰਜ਼ੀ ਲਾਉਣੀ ਹੋਣੀ ਹੈ, ਜਿਹਦੇ 'ਚ ਉਹਨੂੰ ਸਾਰਾ ਐਕਸਪਲੇਨ ਕਰਨਾ ਹੋਣਾ ਹੈ ਕਿ ਇਹ ਘਰ ਉਹਨੇ ਕਿਵੇਂ ਲਿਆ ਔਰ ਕਿੰਨਾ ਉਹਨੇ ਰੈਂਟ ਪੇ ਕੀਤਾ ਔਰ ਕਿਉਂ ਇਹ ਕੇਸ ਪ੍ਰਾਪਰਟੀ ਨਾ ਬਣਾਇਆ ਜਾਵੇ। ਇੱਕ ਮੇਜਰ ਕੇਸ ਮੁਲਤਾਨੀ ਕਿਡਨੈਪਿੰਗ ਵਾਲਾ ਹੈ, ਉਹਦਾ ਕੀ ਬਣਿਆ ਬਰੀਫ ਦੇ ਵਿੱਚ, ਉਹ ਵੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸ ਦਿਓ। ਇੱਕ ਜਿਹੜਾ ਸੀ ਲੁਧਿਆਣੇ ਵਾਲੇ ਜਿਹੜੇ 3 ਬੰਦੇ ਮਾਰੇ ਸੀ, ਦਿੱਲੀ ਚੱਲਦਾ, ਉਹ ਕੇਸ ਦਾ ਕੀ ਬਣਿਆ?
ਜਿਹੜਾ ਜੀ ਮੁਲਤਾਨੀ ਕੇਸ ਹੈ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੀ ਟ੍ਰਾਇਲ ਕੋਰਟ ਹੈ ਕੇਸ ਇੱਕ ਵਾਰੀ ਐਡਜਰਨ ਕਰ ਦੇ ਕਿਉਂਕਿ ਕੁਐਸ਼ਨ ਪਾਈ ਹੋਈ ਸੀ ਔਰ ਪੰਜਾਬ ਸਰਕਾਰ ਨੇ ਕਿਹਾ ਸੀ ਅਸੀਂ ਚਲਾਨ ਟਰਾਂਸਲੇਟ ਕਰਕੇ ਫਾਈਲ ਕਰ ਦਿਆਂਗੇ ਉਦੋਂ ਤੱਕ ਇਸ ਕੇਸ ਨੂੰ ਐਡਜਰਨ ਕੀਤਾ ਜਾਵੇ। ਸੋ ਉਸ ਤੋਂ ਬਾਅਦ ਅਜੇ ਤੱਕ ਕੋਵਿਡ ਕਰਕੇ ਹੀਅਰਿੰਗ ਨਹੀਂ ਹੋਈ ਸਾਡੇ ਕੇਸ ਦੀ, ਉਹ ਟ੍ਰਾਇਲ ਕੋਰਟ ਐਡਜਰਨ ਕਰ ਰਹੀ ਹੈ। ਜਿਹੜੀ ਦੂਜੀ ਚੀਜ਼ ਇਨਵੈਸਟੀਗੇਸ਼ਨ ਦੀਆਂ ਡਿਟੇਲਸ ਉਸ ਕੇਸ ਦੀਆਂ ਮੇਰੇ ਕੋਲ ਨਹੀਂ ਹੈ ਕਿਉਂਕਿ ਉਹ ਇਨਵੈਸਟੀਗੇਟਿਵ ਏਜੰਸੀ ਦੇ ਸਕਦੀ ਹੈ ਕਿ ਕੀ ਅੱਗੇ ਇਨਵੈਸਟੀਗੇਸ਼ਨ ਹੋਈ ਹੈ। ਰਹੀ ਗੱਲ ਜਿਹੜੀ ਦਿੱਲੀ ਕੇਸ ਹੈ ਉਹਦੇ ਵਿੱਚ ਪ੍ਰੋਸੀਕਿਊਸ਼ਨ ਐਵੀਡੈਂਸ ਖਤਮ ਹੋਣ ਵਾਲੀ ਹੈ, ਇੱਕ ਲਾਸਟ ਪ੍ਰੋਸੀਕਿਊਸ਼ਨ ਵਿਟਨੈਸ ਉਸ ਕੇਸ ਦੇ ਵਿੱਚ ਰਹਿੰਦਾ ਹੈ, ਉਸ ਤੋਂ ਬਾਅਦ ਸੈਣੀ ਦੀ 313 ਦੇ ਅੰਡਰ ਸਟੇਟਮੈਂਟ ਹੋਣੀ ਹੈ, ਸੈਣੀ ਤੇ ਬਾਕੀ ਅਕਿਊਜ਼ ਦੀ। ਤੇ ਕੋਈ ਹੋਰ ਕੇਸ ਵੀ ਹੈ ਇਦੋਂ ਬਿਨਾਂ ਸੈਣੀ ਤੇ ਜਿਹੜਾ ਚੱਲਦਾ ਹੋਵੇ? ਅੱਛਾ ਤਾਂ ਦੇਖੋ ਬਰਗਾੜੀ ਬਹਿਬਲ ਕਲਾਂ ਵਾਲਿਆਂ 'ਚ ਕੀ ਹੁੰਦਾ ਹੈ, ਉਹਨਾਂ ਦੇ ਵਿੱਚ ਸੈਣੀ ਨੂੰ ਉਹ ਅਕਿਊਜ਼ਡ ਬਣਾਉਂਦੇ ਹੈ ਕਿ ਨਹੀਂ ਬਣਾਉਂਦੇ, ਕੀ SIT ਦੀ ਰਿਪੋਰਟ ਆਉਂਦੀ ਹੈ। ਬਿਕੋਜ਼ ਦੇਖੋ ਐਟ ਦੀ ਐਂਡ ਆਫ ਦੀ ਡੇ ਫਰਕ ਇਸ ਚੀਜ਼ ਦਾ ਪੈਂਦਾ ਹੈ ਕਿ ਜਦੋਂ ਸੈਣੀ ਪ੍ਰੋਸੀਕਿਊਸ਼ਨ ਫੇਸ ਕਰਦਾ ਹੈ ਜਾਂ ਮਤਲਬ ਉਹ ਪਬਲਿਕ ਦੇ ਵਿੱਚ ਥੋੜ੍ਹੀ ਜਿਹੀ ਹਿੰਮਤ ਆ ਜਾਂਦੀ ਹੈ, ਉਹ ਅੱਗੇ ਆਉਂਦੇ ਹੈ। ਜਦੋਂ ਸੈਣੀ ਨੂੰ ਕਿਤੇ ਨਾ ਕਿਤੋਂ ਸਪੋਰਟ ਮਿਲ ਜਾਂਦੀ ਹੈ ਤੇ ਪਬਲਿਕ ਡਰ ਕੇ ਪਿੱਛੇ ਹਟ ਜਾਂਦੀ ਹੈ। ਸੋ ਉਹਦੇ ਤੇ ਹੁਣ ਡਿਪੈਂਡ ਕਰਦਾ ਹੈ ਕਿੰਨੇ ਹੋਰ ਲੋਕ ਅੱਗੇ ਆਉਂਦੇ ਹੈ, ਕਿੰਨੇ ਹੋਰ ਕੰਪਲੇਂਟਸ ਦਿੰਦੇ ਹੈ। ਪਰ ਜਿਹੜੇ 4 ਕੇਸਿਸ ਇਹ ਹੈਗੇ, ਇੱਕ ਦਿੱਲੀ ਵਾਲਾ, ਦੂਜਾ ਮੁਲਤਾਨੀ ਵਾਲਾ ਐਂਡ ਬਰਗਾੜੀਅਨ ਬਹਿਬਲ ਕਲਾਂ, ਇਹ ਤਾਂ ਹੁਣ ਚੱਲ ਹੀ ਰਹੇ ਆ। ਉਹਨਾਂ ਦੇ ਵਿੱਚ SIT ਕੀ ਕਹਿੰਦੀ ਹੈ ਉਹ ਤਾਂ ਹੁਣ SIT ਦੱਸ ਸਕਦੀ ਹੈ, ਆਈ ਹੈਵ ਨੋ ਆਈਡੀਆ। ਇੱਕ ਲਾਸਟ ਕੁਐਸਚਨ, ਸਮੇਂ ਦੀ ਸਰਕਾਰ ਤੇ ਵੀ ਹੁੰਦਾ ਹੈ ਕਿ ਕੇਸ ਨੂੰ ਕਿਵੇਂ ਦੇਖਣਾ, ਕਿਵੇਂ ਜਲਦੀ ਕਾਰਵਾਈ ਕਰਾਉਣੀ ਆ। ਮੌਜੂਦਾ ਕੈਪਟਨ ਸਰਕਾਰ ਦੀ ਕੋਈ ਢਿੱਲ ਨਜ਼ਰ ਆ ਰਹੀ ਹੈ ਸੈਣੀ ਮਾਮਲੇ 'ਚ ਤੁਹਾਨੂੰ? ਕੋਈ ਜਿੰਨੇ ਵੀ ਕੇਸ ਦੇਖੋ ਕੋਈ ਵੀ ਤੁਸੀਂ ਕੇਸ ਲੈ ਲਓ, ਹੁਣ ਜੇ ਸੁਪਰੀਮ ਕੋਰਟ ਸਟੇ ਹੋ ਗਿਆ ਉਹਨੂੰ ਵਿਕੇਟ ਕਰਾਉਣਾ ਇਕੱਲਾ ਸਰਕਾਰ ਦੇ ਹੱਥ 'ਚ ਨਹੀਂ। ਮੈਂ ਉੱਥੇ ਮੁਲਤਾਨੀ ਕੇਸ ਦੇ ਵਿੱਚ ਮੈਂ 2 ਚੀਜ਼ਾਂ ਨੂੰ ਹਮੇਸ਼ਾ ਬਹੁਤ ਅਹਿਮੀਅਤ ਦਿੰਦਾ। ਪਹਿਲਾਂ ਕਿ ਉਹ ਫੈਮਿਲੀ ਨੇ ਕੰਪਲੇਂਟ ਦਿੱਤੀ ਔਰ ਸਰਕਾਰ ਨੇ ਪਰਚਾ ਦਰਜ ਕਰਤਾ, ਇਹ ਕਾਬਿਲੇ ਤਾਰੀਫ ਚੀਜ਼ ਸੀ। ਨਹੀਂ ਤਾਂ ਸਾਨੂੰ ਕੋਰਟ ਜਾਣਾ ਪੈਂਦਾ 156(3) ਦੇ ਅੰਡਰ ਐਪਲੀਕੇਸ਼ਨ ਲਾ ਕੇ ਡਾਇਰੈਕਸ਼ਨ ਕਰਾਉਂਦੇ, ਔਖੀ ਚੀਜ਼ ਸੀ, ਲੰਬਾ ਕੰਮ ਸੀ। ਹੁਣ ਜੇ ਅੱਜ ਸਟੇ ਵੀ ਹੋ ਰੱਖਿਆ ਹੋਵੇ, ਉਹ ਕੋਵਿਡ ਕਰਕੇ ਇੱਕ ਸਿਚੁਏਸ਼ਨ ਇਹੋ ਜਿਹੀ ਅਰਾਈਜ਼ ਹੋਈ ਹੈ ਜਿਹੜੀ ਕਿਸੇ ਦੇ ਵੀ ਹੱਥ ਨਹੀਂ ਹੈ। ਉਹ ਅਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਦੋਵੇਂ ਪਾਰਟੀਆਂ ਦੀ ਕੰਸੈਂਟ ਹੈ। ਓਬਵੀਅਸਲੀ ਗੱਲ ਹੈ, ਸੁਮੇਧ ਸੈਣੀ ਦੇ ਲਾਇਰ ਨੇ ਤਾਂ ਕੰਸੈਂਟ ਦੇਣੀ ਨਹੀਂ। ਉਹ ਸਾਡੇ ਵੱਲੋਂ ਵੀ ਜਦੋਂ ਹੁਣ ਲਿਸਟ ਹੋਊਗਾ ਵੀ ਆਰ ਪ੍ਰੀਪੇਅਰਡ ਫॉर ਆਰਗੂਮੈਂਟਸ। ਦੂਜੀ ਗੱਲ, ਜਿਹੜੇ SIT ਬਣੀ ਹੈ ਪੁਲਿਸ ਫਾਇਰਿੰਗ ਕੇਸਿਸ ਦੇ ਵਿੱਚ, ਜਿਹੜੇ ਕੋਟਕਪੂਰਾ ਮਾਮਲੇ 'ਚ, ਹੁਣ ਉਹ ਕੀ ਤਫਤੀਸ਼ ਕਰ ਰਹੇ ਆ ਉਹਦੇ ਬਾਰੇ ਮੈਂ ਕੁਝ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਤਫਤੀਸ਼ ਪੁਰਾਣੀ ਪੂਰੀ ਸੈਟ ਅਸਾਈਡ ਹੋ ਕੇ ਫਰੈਸ਼ ਹੋ ਰਹੀ ਹੈ। ਤੁਸੀਂ ਦੇਖੋਗੇ ਉਮਰਾਨ ਨੰਗਲ ਨੇ ਐਡਮਿਟ ਵੀ ਕੀਤਾ ਕਿ DGP ਦੇ ਆਰਡਰਸ ਨਾਲ ਉੱਥੇ ਗਿਆ। ਸੋ DGP ਦੇ ਆਰਡਰਸ ਡਾਇਰੈਕਟ ਸੀ ਫਾਇਰਿੰਗ ਦੇ ਜਾਂ ਨਹੀਂ, ਉਹ ਤਾਂ ਹੁਣ SIT ਚੀਜ਼ਾਂ ਦੱਸੂਗੀ। ਉਹਦੇ ਉੱਤੇ ਮੈਂ ਇਸ ਸਟੇਜ ਤੇ ਕਮੈਂਟ, ਮੈਂ ਕਦੇ ਵੀ ਜਿਹੜਾ ਮੈਟਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਤੱਕ ਕੋਈ ਚੀਜ਼ ਪਬਲਿਕ ਨਹੀਂ ਕੀਤੀ ਹੁੰਦੀ ਮੈਂ ਉਦੋਂ ਤੱਕ ਉਹਦੇ ਤੇ ਕਮੈਂਟ ਨਹੀਂ ਕਰਦਾ। ਹੁਣ ਉਹਨਾਂ ਕੇਸਿਸ ਦੇ ਵਿੱਚ ਸੈਣੀ ਦਾ ਰੋਲ ਪਹਿਲਾਂ ਬਾਹਰ ਆਇਆ ਸੀ, ਹੁਣ ਨਵੀਂ SIT ਉਹਦੇ 'ਚ ਕੀ ਰੋਲ ਬਣਾਉਂਦੀ ਉਹ ਪਤਾ ਲੱਗੂਗਾ। ਰਹੀ ਗੱਲ ਦਿੱਲੀ ਜਿਹੜਾ ਇਹਦਾ ਕੇਸ ਚੱਲ ਰਿਹਾ, ਉਹ ਵੀ ਕੋਵਿਡ ਕਰਕੇ ਡਿਲੇ ਹੋ ਗਿਆ। ਲਾਸਟ ਪ੍ਰੋਸੀਕਿਊਸ਼ਨ ਵਿਟਨੈਸ ਇੱਕ ਵਾਰੀ ਐਗਜ਼ਾਮਿਨ ਹੋ ਜਾਏ ਤੇ ਮੇਰੇ ਖਿਆਲ ਨਾਲ ਟ੍ਰਾਇਲ ਉਹਦੀ ਛੇਤੀ ਹੋ ਜਾਣੀ ਚਾਹੀਦੀ ਹੈ। ਇੱਕ ਤੁਸੀਂ ਕਾਫੀ ਕੇਸਾਂ 'ਚ ਹੈਗੇ ਹੋ, ਬਿਜ਼ੀ ਵੀ ਰਹਿੰਦੇ ਹੋ, ਇੱਕ ਸਿਸਟਮ 'ਚ ਨਹੀਂ ਤੁਹਾਨੂੰ ਗੜਬੜ ਲੱਗਦੀ ਕਿ ਮੈਰਿਟ 'ਤੇ ਕੇਸ ਹੋਣੇ ਚਾਹੀਦੇ ਨੇ? ਇਹ ਸਿਆਸੀ ਲੋਕ ਆਪਣਾ ਸਿਆਸੀ ਲਾਹਾ ਲੈਣ ਵਾਸਤੇ ਬਿਆਨਬਾਜ਼ੀ ਕਰਦੇ ਨੇ, ਦੇਖਦੇ ਕੀ ਫਾਇਦਾ ਹੋਣਾ ਕਿ ਆ ਬੰਦੇ ਨੂੰ ਠੋਕ ਦਾਂਗੇ, ਅੰਦਰ ਦੇ ਦਾਂਗੇ। ਇਹਨਾਂ 'ਤੇ ਰੋਕ ਨਹੀਂ ਲੱਗਣੀ ਚਾਹੀਦੀ, ਕੋਰਟ ਆਪਣਾ ਕੰਮ ਕਰੇ ਜਾਂ ਜਾਂਚ ਏਜੰਸੀਆਂ ਗੰਭੀਰਤਾ ਨਾਲ ਕੰਮ ਕਰਨ? ਦੇਖੋ ਮੈਂ ਇੱਕ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਸਵਾਲ ਰੱਖਦਾ ਤੁਹਾਡੇ ਕੁਐਸਚਨ ਦਾ ਆਨਸਰ ਦੇਣ ਲਈ। ਕਿੰਨੇ ਕੁ ਲੋਕ ਸੈਣੀ ਦੇ ਖਿਲਾਫ ਕੰਪਲੇਂਟ ਦੇਣ ਲਈ ਅੱਗੇ ਆ ਗਏ? ਕਿਸੇ ਪੋਲੀਟੀਸ਼ੀਅਨ ਨੇ ਤਾਂ ਜਾ ਕੇ ਰੋਕਿਆ ਨਹੀਂ ਕਿਸੇ ਨੂੰ, ਕਿਸੇ ਲਾਇਰ ਨੇ ਨਹੀਂ ਰੋਕਿਆ, ਕਿਸੇ ਜੱਜ ਨੇ ਅਰਜ਼ੀਆਂ ਨੂੰ ਖਾਰਿਜ ਨਹੀਂ ਕੀਤਾ। ਕਿੰਨੇ ਲੋਕਾਂ ਨੇ ਇੰਟਰਵਿਊਜ਼ ਦੇਤੀਆਂ ਕਿ ਜੀ ਸਾਡੇ ਨਾਲ ਸੈਣੀ ਨੇ ਆ ਕੀਤਾ। ਉਹਨਾਂ 'ਚੋਂ ਕਿਸੇ ਨੂੰ ਇਹ ਪੁੱਛੋ ਕਿ ਤੁਸੀਂ ਕੋਰਟ ਜਾ ਕੇ ਕੰਪਲੇਂਟ ਫਾਈਲ ਕੀਤੀ 156(3) ਦੇ ਅੰਡਰ। ਉਹਨਾਂ 'ਚੋਂ ਕਿਸੇ ਨੂੰ ਪੁੱਛੋ ਤੁਸੀਂ ਕਿਸੇ ਲਾਇਰ ਨੂੰ ਇੰਗੇਜ ਕੀਤਾ, ਤੁਸੀਂ ਕਿਤੇ ਥਾਣੇ 'ਚ ਕੰਪਲੇਂਟ ਕੀਤੀ। ਹੁਣ ਜਦੋਂ ਪਬਲਿਕ ਹੀ ਅੱਗੇ ਨਹੀਂ ਆਉਂਦੀ, ਤੁਸੀਂ ਇੱਕ ਛੋਟੀ ਜਿਹੀ ਚੀਜ਼ ਵੇਖੋ, ਮੇਰੇ ਮੁਲਤਾਨੀ ਕੇਸ ਦੇ ਵਿੱਚ ਪੇਸ਼ ਹੋ ਕੇ ਸੈਣੀ ਦੇ ਖਿਲਾਫ ਜਾਣ ਨਾਲ, ਉਹਦੇ ਲਈ ਬੋਲਣ ਨਾਲ, ਸਾਰਿਆਂ ਨੇ ਇਹ ਨਹੀਂ ਕਿਹਾ ਕਿ ਇਹ ਲਾਇਰ ਕਰ ਰਿਹਾ ਕੰਮ। ਕਈਆਂ ਨੇ ਮੇਰੇ ਤੇ ਹੀ ਕੁਐਸਚਨ ਚੁੱਕਣਾ ਸ਼ੁਰੂ ਕਰਤਾ ਸੀ ਕਿ ਤੁਸੀਂ ਕਿਉਂ ਇੰਟਰਸਟ ਲੈ ਰਹੇ ਹੋ। ਇਹ ਨਹੀਂ ਕਿ ਮੈਂ ਐਜ਼ ਅ ਲਾਇਰ ਆਪਣੀ ਡਿਊਟੀ ਨਿਭਾ ਰਿਹਾ। ਸੋ ਉਸੇ ਕਰਕੇ ਹੁਣ ਇਹ ਪਬਲਿਕ ਤੇ ਡਿਪੈਂਡ ਕਰਦਾ ਕਿ ਪਬਲਿਕ ਅੱਗੇ ਆ ਕੇ ਲੜਨਾ ਚਾਹੁੰਦੀ ਹੈ ਕਿ ਪਬਲਿਕ ਪਿੱਛੇ ਰਹਿਣਾ ਚਾਹੁੰਦੀ ਹੈ। ਇਹ ਪਬਲਿਕ ਦੀ ਮਰਜ਼ੀ ਹੈ। ਮੈਂ ਉਸ ਚੀਜ਼ ਨੂੰ ਜੇ ਦੇਖਾਂ ਤੇ ਮੈਂ ਕਿਸੇ ਵੀ ਸਿਆਸੀ ਗਰੁੱਪ ਨੂੰ ਮੈਂ ਨਹੀਂ ਫੀਲ ਕਰਦਾ ਕੋਈ ਸਿਆਸੀ ਗਰੁੱਪ ਸੈਣੀ ਨੂੰ ਬਚਾ ਸਕਦਾ ਹੈ। ਨਹੀਂ, ਇਹ ਸਾਰਾ ਛੱਡਦੀ ਹੈ। ਇੱਕ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ, ਸਿਸਟਮ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਮੇਂ ਸਿਰ ਪਬਲਿਕ ਨੂੰ ਇਨਸਾਫ ਦਿਵਾਉਣਾ ਹੈ। ਬਿਲਕੁਲ ਠੀਕ ਗੱਲ ਹੈ, ਮੈਂ ਟੋਟਲੀ ਐਗਰੀ ਕਰਦਾ। ਪਰ ਮੰਨ ਲਓ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਜਾਂ ਇਨਵੈਸਟੀਗੇਸ਼ਨ ਡਿਲੇ ਹੋ ਰਹੀ ਹੈ। ਹੁਣ 91 ਦੀ FIR ਜੇ 2020 'ਚ ਵੀ ਹੋ ਗਈ, ਬਜਾਏ ਇਹਦੇ ਮੈਂ ਸੋਚਾਂ ਕਿ ਜੀ 2011 ਤੋਂ 8 ਸਾਲ ਜਾਂ ਸਮਝੋ, ਕਿਉਂਕਿ ਦਸੰਬਰ ਦੇ ਵਿੱਚ ਕੁਆਸ਼ ਹੋਇਆ ਸੀ। ਸੋ 2012 ਤੋਂ 2020 ਤੱਕ 8 ਸਾਲ ਇਹ ਬੰਦ ਰਿਹਾ ਮੈਟਰ।
ਸ਼ੁਕਰ ਹੈ ਖੁੱਲ ਗਿਆ। ਮੈਂ ਤਾਂ ਇਹੀ ਕਹਾਂਗਾ ਨਾ ਐਜ਼ ਅ ਲਾਇਰ, ਰਾਦਰ ਦੈਨ ਆ ਕਹਾਂ ਕਿ ਨਾ ਖੁੱਲੇ, ਕਿ ਇਨਸਾਫ ਮਿਲਣ ਦੀ ਉਮੀਦ ਤਾਂ ਜਾਗੀ। ਉਸੇ ਤਰ੍ਹਾਂ ਜੇ ਦੂਜੇ ਕੇਸਿਸ ਹੈ, ਜੇ ਸਰਕਾਰ ਨੂੰ ਮੈਂ ਤਾਂ ਬਲੇਮ ਕਰਾਂ ਜੇ ਸਰਕਾਰ ਤਫਤੀਸ਼ ਨਾ ਕਰ ਰਹੀ ਹੋਵੇ। ਸਰਕਾਰ ਨੇ SIT ਬਣਾ ਕੇ ਤਫਤੀਸ਼ ਸ਼ੁਰੂ ਕਰਤੀ। ਸੋ ਇਨਸਾਫ ਦੀ ਉਮੀਦ ਬੰਦ ਨਹੀਂ ਹੋਈ। ਹੁਣ ਉਹ SIT ਕਦੋਂ ਕਰਦੀ ਹੈ, ਕੋਰਟ ਉਹਦੀ ਕੀ ਉਹਦੇ ਉੱਤੇ ਕੀ ਡਿਸੀਜਨ ਲੈਂਦੀ ਹੈ, ਉਹ ਚੀਜ਼ਾਂ ਦੇ ਉੱਤੇ ਹੁਣ ਸਾਰਾ ਡਿਪੈਂਡ ਕਰੂਗਾ। ਸੋ ਇਹ ਸਨ ਐਡਵੋਕੇਟ ਪ੍ਰਦੀਪ ਵਿਰਕ, ਜਿਨ੍ਹਾਂ ਨੇ ਦੱਸਿਆ ਕਿ ਸਮੇਤ ਸਿੰਘ ਸੈਣੀ ਇੱਕ ਹੋਰ ਵਿਵਾਦ 'ਚ ਘਿਰ ਗਏ ਨੇ। ਉਹ ਕੋਠੀ ਜਿਹੜੀ ਲੁੱਟ ਦੀ ਕਮਾਈ ਨਾਲ ਬਣਾਈ ਹੋਈ ਹੈ, ਉਹਦੇ ਵਿੱਚ ਉਹ ਰਹਿ ਰਹੇ ਨੇ, ਅਤੇ ਵੱਡਾ ਸਵਾਲ ਹੈ, ਦੇਖਦੇ ਹਾਂ ਇਸ ਚੁਣੌਤੀ ਨਾਲ ਕਿਵੇਂ ਨਜਿੱਠਣਗੇ ਸਮੇਤ ਸਿੰਘ ਸੈਣੀ। ਅਕਸਰ ਉਹ ਉੱਪਰਲੀਆਂ ਕੋਰਟਾਂ ਦਾ ਸਹਾਰਾ ਲੈ ਲੈਂਦੇ ਨੇ। ਇਹ ਕੇਸ ਪਰ ਗੰਭੀਰ ਹੈ। ਸਾਰੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਸੈਣੀ ਦੀ ਉਹਦੇ ਨਾਲ ਕੀ ਲਿਹਾਜ਼ਦਾਰੀ ਸੀ, ਕੀ ਲੈਣ ਦੇਣ ਸੀ। ਹੋਰ ਵੀ ਕਈ ਜਿਹੜੇ ਰਾਜ਼ ਨੇ ਉਹ ਤੁਹਾਡੇ ਸਾਹਮਣੇ ਆ ਸਕਦੇ ਨੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।